ਚੈਪਟਰ ਨੰਬਰ 9। ਇਸ ਕਿਤਾਬ ਦੀ ਇਮਾਰਤ ਤੇ ਇਸ ਦਾ ਵਿਸ਼ਾ ਵਸਤੂ। ਅਸੀਂ ਤਾਂ ਪੱਥਰ ਕੰਧਾਂ ਵਿੱਚ ਅਸਾਂ ਲੱਗ ਜਾਣਾ, ਜੇਲ੍ਹ ਸਰਾਂ ਮਹੱਲ ਭਾਵੇਂ ਹੋਵੇ ਬੁੱਤਖਾਨਾ, ਇੱਕ ਪੱਥਰ ਉੱਤੇ ਉਕਰਾਈ। ਹੀਰਾ ਸ਼ਿੰਗਾਰ ਵਿੱਚ ਤੇ ਬੰਦਾ ਪਰਿਵਾਰ ਵਿੱਚ ਹੀ ਦੇਖਿਆ ਜਾਣਾ ਚਾਹੀਦਾ ਹੈ। ਵਿਆਹ ਤਾਂ ਹੋ ਗਿਆ, ਹੁਣ ਘਰ ਬਣਾਉਣਾ ਚਾਹੀਦਾ ਹੈ। ਮੇਰੇ ਵਿਚਾਰਾਂ ਦੇ ਮੋਕਲੇ ਮਹੱਲ, ਮੇਰੀਆਂ ਯਾਦਾਂ ਦੇ ਮੀਨਾਰ, ਕਥਾਵਾਂ ਦੇ ਮੇਰੇ ਘਰ ਤੇ ਮੇਰੀਆਂ ਕਵਿਤਾਵਾਂ ਦੇ ਉੱਚੇ ਕਲਸ਼। ਮੈਂ ਪੱਥਰ ਇਕੱਠੇ ਕਰਕੇ ਲੈ ਆਇਆ ਹਾਂ, ਲੱਕੜ ਤਿਆਰ ਕਰ ਲਈ ਹੈ, ਨਵੀਂ ਇਮਾਰਤ ਦੀ ਉਸਾਰੀ ਲਈ ਥਾਂ ਚੁਣ ਲਈ ਹੈ। ਹੁਣ ਮੈਨੂੰ ਥੋੜ੍ਹਾ ਥੋੜ੍ਹਾ ਸਭ ਕੁਝ ਹੀ ਬਣਨਾ ਚਾਹੀਦਾ ਹੈ। ਭਵਨ ਨਿਰਮਾਤਾ, ਇੰਜੀਨੀਅਰ, ਹਿਸਾਬਦਾਨ, ਰਾਜ ਤੇ ਤਰਖਾਣ। ਮੈਂ ਕਿਸ ਤਰ੍ਹਾਂ ਦੀ ਇਮਾਰਤ ਉਸਾਰਾਂਗਾ? ਮੈਂ ਇਸ ਨੂੰ ਕਿਸ ਤਰ੍ਹਾਂ ਦੀ ਸ਼ਕਲ ਦੇਵਾਂਗਾ ਕਿ ਇਹ ਅੱਖਾਂ ਨੂੰ ਜਚੇ ਤੇ ਸੁੰਦਰ ਲੱਗੇ, ਐਸੀ ਲੱਗੇ ਜਿਸ ਤਰ੍ਹਾਂ ਪਹਿਲਾਂ ਕੋਈ ਵੀ ਨਜ਼ਰੀ ਨਾ ਪਈ ਹੋਵੇ, ਪਰ ਤਾਂ ਵੀ ਓਪਰੀ ਨਾ ਲੱਗੇ, ਇੰਨੀ ਨੀਵੀਂ ਵੀ ਨਾ ਹੋਵੇ ਕਿ ਸਿਰ ਛੱਤ ਨਾਲ ਲੱਗਦਾ ਹੋਵੇ, ਜਿਵੇਂ ਅੱਜ ਕੱਲ੍ਹ ਬਣੇ ਨਿੱਕੇ ਨਿੱਕੇ ਫਲੈਟਾਂ ਵਿੱਚ ਹੁੰਦਾ ਹੈ, ਤੇ ਇੰਨੀ ਉੱਚੀ ਵੀ ਨਾ ਹੋਵੇ ਕਿ ਛੱਤ ਨੂੰ ਦੇਖਣ ਲਈ ਸਿਰ ਪਿੱਛੇ ਸੁੱਟਣਾ ਪਵੇ। ਨਾ ਤਾਂ ਉਸ ਦੇ ਦਰਵਾਜ਼ੇ ਇਸ ਤਰ੍ਹਾਂ ਦੇ ਹੋਣ ਕਿ ਇੱਕ ਸਧਾਰਨ ਮੇਜ਼ ਵੀ ਉਹਨਾਂ ਵਿੱਚੋਂ ਨਾ ਲੰਘ ਜਾਵੇ, ਤੇ ਨਾ ਹੀ ਇਸ ਤਰ੍ਹਾਂ ਦੇ ਦਰਵਾਜ਼ੇ ਹੋਣ ਕਿ ਤੁਸੀਂ ਉਹਨਾਂ ਵਿੱਚੋਂ ਊਠ ਲੰਘਾ ਲਵੋ। ਨਾ ਤਾਂ ਉਹ ਲਾਂਘਾ ਜਾਂ ਕਲੱਬ ਹੀ ਹੋਵੇ ਜਿੱਥੇ ਲੋਕ ਕੌਂਸਰਟ ਸੁਣਨ ਆਉਂਦੇ ਤੇ ਚਲੇ ਜਾਂਦੇ ਹਨ, ਤੇ ਨਾ ਹੀ ਮਸੀਤ ਹੋਵੇ ਜਿੱਥੇ ਲੋਕ ਸਿਰਫ ਨਮਾਜ਼ ਲਈ ਹੀ ਇਕੱਠੇ ਹੁੰਦੇ ਹਨ। ਐਸੀ ਇਮਾਰਤ ਜਿਹੜੀ ਕਾਗਜ਼ਾਂ, ਹਲਫਨਾਮਿਆਂ ਤੇ ਅਰਜ਼ੀਆਂ ਨਾਲ ਤੂਸੇ ਦਫ਼ਤਰ ਦੇ ਤੌਰ ਉੱਤੇ ਨਾ ਵਰਤੀ ਜਾ ਸਕੇ, ਤੇ ਨਾ ਹੀ ਉਸ ਦਾ ਅਲੀ ਦੀ ਸਦਾ ਘੁੰਮਦੀ ਹਵਾ ਚੱਕੀ ਨਾਲ ਝੋਲਾ ਪਵੇ। ਇੱਕ ਨੌਜਵਾਨ ਪਰਬਤਵਾਸੀ ਦੀ ਕਵਿਤਾ ਪੜ੍ਹਨ ਤੋਂ ਪਿੱਛੋਂ ਪਿਤਾ ਜੀ ਨੇ ਕਿਹਾ ਸੀ, ਇਸ ਕਵਿਤਾ ਦੀਆਂ ਕੰਧਾਂ ਬੜੀਆਂ ਖੂਬਸੂਰਤ ਨੇ। ਇਹ ਅਲੀ ਕਬੇਦ ਦੇ ਬਣਾਏ ਮੁਰਗੀ ਖਾਨੇ ਵਰਗੀ ਲੱਗਦੀ ਏ। ਮੁਰਗੀ ਖਾਨਾ ਮਹੱਲ ਵਰਗਾ ਨਹੀਂ ਹੋਣਾ ਚਾਹੀਦਾ, ਤੇ ਮਹੱਲ ਨੂੰ ਮੁਰਗੀ ਖਾਨੇ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ। ਜਦੋਂ ਪਿਤਾ ਜੀ ਨੇ ਇੱਕ ਹੋਰ ਲੇਖਕ ਦੀ ਬਹੁਤ ਹੀ ਜ਼ਿਆਦਾ ਵੱਡੀ ਤੇ ਬਹੁਤ ਲਮਕਵੀਂ ਜਿਹੀ ਕਹਾਣੀ ਪੜ੍ਹੀ, ਜਿਸ ਨੂੰ ਲੱਗਦਾ ਸੀ ਲੇਖਕ ਪੂਰੀ ਕਰਨ ਤੋਂ ਅਸਮਰੱਥ ਰਿਹਾ ਹੈ, ਤਾਂ ਪਿਤਾ ਜੀ ਨੇ ਉਸ ਨੂੰ ਕਿਹਾ, ਤੂੰ ਐਸਾ ਦਰਵਾਜ਼ਾ ਖੋਲ੍ਹ ਲਿਆ ਏ ਜਿਹੜਾ ਤੂੰ ਬੰਦ ਨਹੀਂ ਕਰ ਸਕਦਾ। ਤੂੰ ਉਹ ਟੂਟੀ ਖੋਲ੍ਹ ਲਈ ਏ ਜਿਹੜੀ ਤੂੰ ਬੰਦ ਨਹੀਂ ਕਰ ਸਕਦਾ। ਜਦੋਂ ਤੂੰ ਗੰਢ ਬੰਨੀ ਤਾਂ ਤੂੰ ਰੱਸੇ ਨੂੰ ਬਹੁਤ ਜ਼ਿਆਦਾ ਗਿੱਲਾ ਕਰ ਲਿਆ। ਮੈਨੂੰ ਉਹ ਗਲੀਆਂ ਵਿੱਚ ਗਾਉਣ ਵਾਲੇ ਯਾਦ ਨੇ ਜਿਹੜੇ ਸਾਡੇ ਪਿੰਡ ਆਉਂਦੇ ਹੁੰਦੇ ਸਨ ਜਦੋਂ ਮੈਂ ਅਜੇ ਬੱਚਾ ਹੀ ਸਾਂ। ਮੈਂ ਛੱਤ ਦੇ ਕਿਨਾਰੇ ਉੱਤੇ ਲੇਟ ਜਾਂਦਾ ਤੇ ਉੱਪਰੋਂ ਹੀ ਉਹਨਾਂ ਦੇ ਗੀਤ ਸੁਣਦਾ ਰਹਿੰਦਾ। ਗਾਉਣ ਦੇ ਨਾਲ ਨਾਲ ਉਹਨਾਂ 'ਚੋਂ ਕੋਈ ਡਫ ਵਜਾਉਂਦਾ, ਕੋਈ ਵਾਇਲਨ, ਕੋਈ ਚੁੰਗਰ, ਪਰ ਆਮ ਕਰਕੇ ਕੋਮੂਜ਼ ਹੀ ਵਜਾਉਂਦੇ। ਉਹ ਵੱਖੋ ਵੱਖਰੀਆਂ ਥਾਵਾਂ ਤੋਂ ਤੇ ਵੱਖੋ ਵੱਖਰੇ ਸਮੇਂ ਆਉਂਦੇ। ਉਹ ਵੱਖੋ ਵੱਖਰੇ ਗੀਤ ਗਾਉਂਦੇ, ਇੱਕ ਗੀਤ ਕਦੀ ਵੀ ਮੁੜ ਕੇ ਨਾ ਗਾਉਂਦੇ। ਮੈਨੂੰ ਜਿਸ ਚੀਜ਼ ਤੋਂ ਸਭ ਤੋਂ ਵੱਧ ਮਜ਼ਾ ਆਉਂਦਾ ਸੀ, ਉਹ ਸੀ ਜਦੋਂ 2 ਜਾਂ 3 ਗਾਇਕਾਂ ਵਿੱਚ ਬੁਰਦ ਲੱਗ ਜਾਂਦੀ ਸੀ। ਉਹਨਾਂ ਦੇ ਗੀਤ ਲੰਮੇ ਲੰਮੇ ਹੁੰਦੇ ਸਨ, ਤੇ ਹੁਣ ਮੈਨੂੰ ਉਹ ਸਾਰੇ ਭੁੱਲ ਚੁੱਕੇ ਹਨ। ਤਾਂ ਵੀ ਉਹਨਾਂ ਦਾ ਲਗਭਗ ਹਰ ਗੀਤ 8, 4 ਜਾਂ ਸ਼ਾਇਦ 2 ਤੁਕਾਂ ਮੇਰੀ ਯਾਦਾਸ਼ਤ ਵਿੱਚ ਛੱਡ ਗਿਆ। ਉਹਨਾਂ ਭੁੱਲੀਆਂ ਸਤਰਾਂ ਸ਼ਾਇਦ ਗੀਤ ਵਿੱਚ ਸਭ ਤੋਂ ਵੱਧ ਕਾਵਕ, ਸਭ ਤੋਂ ਵੱਧ ਸਿਆਣੀਆਂ, ਸਭ ਤੋਂ ਵੱਧ ਬੁੱਧੀ ਵਿਲਾਸ ਵਾਲੀਆਂ, ਸਭ ਤੋਂ ਵੱਧ ਖੁਸ਼ ਤੇ ਸਭ ਤੋਂ ਵੱਧ ਗਮਗੀਨ ਸਨ। ਮੈਨੂੰ ਨਹੀਂ ਪਤਾ ਉਹ ਖਾਸ ਤੁਕਾਂ ਮੈਨੂੰ ਕਿਉਂ ਯਾਦ ਹਨ ਤੇ ਦੂਜੀਆਂ ਕਿਉਂ ਨਹੀਂ, ਪਰ ਹਕੀਕਤ ਇਹ ਹੈ ਕਿ ਉਹ ਅੱਜ ਤੱਕ ਮੈਨੂੰ ਧੂ ਪਾਉਂਦੀਆਂ ਹਨ, ਤੇ ਕਈ ਵਾਰੀ ਮੈਂ ਉਹ ਆਪਣੇ ਆਪ ਵਿੱਚ ਮੁੜ ਮੁੜ ਕੇ ਗੁਣਗੁਣਾਉਂਦਾ ਹਾਂ, ਜਿਵੇਂ ਉਹ ਮੇਰੇ ਲਈ ਕੋਈ ਬੜੀ ਨੇੜਲੀ ਤੇ ਕੀਮਤੀ ਚੀਜ਼ ਹੋਣ, ਜਿਸ ਤਰ੍ਹਾਂ ਪ੍ਰੇਮੀ ਆਪਣੀ ਪ੍ਰੇਮਿਕਾ ਦਾ ਨਾਮ ਮੁੜ ਮੁੜ ਕੇ ਦੁਹਰਾਉਂਦਾ ਹੈ। ਦੂਜੇ ਅਵਾਰ ਗੀਤਾਂ ਦੀਆਂ ਵੀ ਮੈਨੂੰ ਕੁਝ ਸਤਰਾਂ ਬੜੀਆਂ ਪਿਆਰੀਆਂ ਲੱਗਦੀਆਂ ਹਨ, ਜਿਹੜੇ ਗੀਤ ਮੈਨੂੰ ਸ਼ੁਰੂ ਤੋਂ ਅਖੀਰ ਤੱਕ ਜ਼ੁਬਾਨੀ ਯਾਦ ਹਨ। ਇਹਨਾਂ ਸਤਰਾਂ ਨੂੰ ਮੈਂ ਬਾਕੀ ਸਾਰੇ ਗੀਤਾਂ ਨਾਲੋਂ ਜ਼ਿਆਦਾ ਪਸੰਦ ਕਰਦਾ ਹਾਂ। ਸਿਰਫ ਗੀਤ ਹੀ ਕਿਉਂ,
ਆਪਣੀਆਂ ਕਵਿਤਾਵਾਂ ਵਿੱਚ ਵੀ ਮੇਰੀਆਂ ਮਨਭਾਉਂਦੀਆਂ ਤੁਕਾਂ ਹੁੰਦੀਆਂ ਹਨ ਜਿਹੜੀਆਂ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੁੰਦੀਆਂ ਹਨ ਅਤੇ ਮੈਨੂੰ ਬਾਕੀ ਸਤਰਾਂ ਨਾਲੋਂ ਵਧੇਰੇ ਪ੍ਰਗਟਾਊ, ਅਰਥ ਭਰੀਆਂ ਅਤੇ ਕਾਵਕ ਲੱਗਦੀਆਂ ਹਨ। ਮੈਂ ਸਗੋਂ ਇਹ ਵੀ ਮੰਨਾਂਗਾ ਕਿ ਮੈਂ ਕੁਝ ਲੰਮੀਆਂ ਕਵਿਤਾਵਾਂ ਸਿਰਫ ਇਸ ਕਰਕੇ ਲਿਖੀਆਂ ਹਨ ਕਿ ਉਹਨਾਂ ਵਿੱਚ ਕੁਝ ਉਹ ਸਤਰਾਂ ਵਾੜ ਸਕਾਂ ਜਿਹੜੀਆਂ ਮੈਨੂੰ ਬਹੁਤ ਪਿਆਰੀਆਂ ਸਨ। ਉਹ ਕੁਝ ਤੁਕਾਂ, ਜੇ ਕਵਿਤਾ ਦੀ ਤੁਲਨਾ ਇੱਕ ਪੇਟੀ ਨਾਲ ਕੀਤੀ ਜਾ ਸਕਦੀ ਹੋਵੇ ਤਾਂ ਉਹ ਤੁਕਾਂ ਉਸ ਪੇਟੀ ਨਾਲ ਲੱਗਾ ਖੰਜਰ ਹੁੰਦੀਆਂ ਹਨ। ਜੇ ਖੇਤ ਨਾਲ ਤੁਲਨਾ ਕੀਤੀ ਜਾ ਸਕਦੀ ਹੋਵੇ ਤਾਂ ਉਹ ਉਸ ਵਿੱਚ ਉੱਗੇ ਕਣਕ ਦੇ ਸਿੱਟੇ ਹੁੰਦੀਆਂ ਹਨ। ਜੇ ਪੰਛੀ ਨਾਲ ਤੁਲਨਾ ਕੀਤੀ ਜਾ ਸਕਦੀ ਹੋਵੇ ਤਾਂ ਉਹ ਤੁਕਾਂ ਉਸ ਦੇ ਖੰਭ ਹੁੰਦੀਆਂ ਹਨ। ਜੇ ਚਟਾਨ ਦੇ ਕੰਢੇ ਉੱਤੇ ਖੜ੍ਹੇ ਹਿਰਨ ਨਾਲ ਤੁਲਨਾ ਕੀਤੀ ਜਾ ਸਕਦੀ ਹੋਵੇ ਤਾਂ ਉਹ ਹਿਰਨ ਦੀਆਂ ਦੂਰੀ ਵਿੱਚ ਦੇਖਦੀਆਂ ਅੱਖਾਂ ਹੁੰਦੀਆਂ ਹਨ। ਇੱਕ ਵਾਰੀ ਮੈਂ ਆਪਣੇ ਆਪ ਤੋਂ ਪੁੱਛਿਆ, ਜੇ ਕਿਸੇ ਕਵਿਤਾ ਵਿੱਚ ਸਿਰਫ 8 ਤੁਕਾਂ ਮੇਰੇ ਲਈ ਕੀਮਤੀ ਹੁੰਦੀਆਂ ਹਨ ਤਾਂ ਮੈਂ ਹੋਰ 80 ਤੁਕਾਂ ਕਿਉਂ ਲਿਖਦਾ ਹਾਂ? ਮੈਂ ਕਿਉਂ ਨਹੀਂ ਉਹਨਾਂ 8 ਸਭ ਤੋਂ ਵਧੀਆ ਤੁਕਾਂ ਤੱਕ ਸੀਮਤ ਰਹਿੰਦਾ? ਇਸੇ ਕਰਕੇ ਮੈਂ ਇੱਕ ਪੂਰੀ ਦੀ ਪੂਰੀ ਕਿਤਾਬ 8 ਤੁਕੀਆਂ ਕਵਿਤਾਵਾਂ ਦੀ ਲਿਖੀ ਸੀ। ਪ੍ਰਾਹੁਣੇ ਦੀ ਆਉਣ ਦੀ ਖੁਸ਼ੀ ਵਿੱਚ ਪਰਬਤਵਾਸੀ ਆਪਣਾ ਚਾਕੂ ਲੈਂਦਾ ਅਤੇ ਇੱਕ ਬਛੜਾ ਹਲਾਲ ਕਰ ਦਿੰਦਾ ਹੈ। ਪ੍ਰਾਹੁਣੇ ਨੇ ਤਾਂ ਸਿਰਫ ਥੋੜ੍ਹਾ ਜਿਹਾ ਮਾਸ ਖਾਣਾ ਹੁੰਦਾ ਹੈ, ਕੋਈ ਵੀ ਪ੍ਰਾਹੁਣਾ ਪੂਰਾ ਬਛੜਾ ਨਹੀਂ ਖਾ ਸਕਦਾ। ਮੈਂ ਪੂਰਾ ਬਛੜਾ ਕਿਉਂ ਮਾਰਾਂ ਜੇ ਇੱਕ ਚੂਚਾ ਹੀ ਕਾਫੀ ਹੋਵੇਗਾ ਤਾਂ, ਮੈਂ ਸੋਚਿਆ। ਇਸੇ ਕਰਕੇ ਮੈਂ ਉਸ ਕਿਤਾਬ ਵਿੱਚੋਂ ਜਿਹੜੀ ਕਿਸੇ ਦਿਨ ਮੈਂ ਲਿਖਾਂਗਾ ਸਭ ਕੁਝ ਫਾਲਤੂ ਕੱਢ ਦੇਣਾ ਚਾਹੁੰਦਾ ਹਾਂ। ਮੈਂ ਸਿਰਫ ਉਹੀ ਪੈਰੇ ਰਹਿਣ ਦਿਆਂਗਾ ਜਿਹੜੇ ਮੈਨੂੰ ਤਾਂ ਵੀ ਪਿਆਰੇ ਹੋਣਗੇ ਜੇ ਉਹ ਕਿਤਾਬ 10 ਜਾਂ 20 ਗੁਣਾ ਵੱਡੀ ਵੀ ਹੋਵੇ। ਇੱਕ ਨੌਜਵਾਨ ਲਾਕ ਕਵੀ ਨੇ ਇੱਕ ਵਾਰੀ ਆਪਣੀਆਂ ਕੁਝ ਕਵਿਤਾਵਾਂ ਅਬੂ ਤਾਲਬ ਨੂੰ ਸੁਣਾਈਆਂ। ਉਸਨੇ 10 ਕਵਿਤਾਵਾਂ ਪੜ੍ਹੀਆਂ। ਜਦੋਂ ਉਹ ਚਲਾ ਗਿਆ ਤਾਂ ਅਬੂ ਤਾਲਬ ਮੈਨੂੰ ਕਹਿਣ ਲੱਗਾ, ਚੰਗਾ ਮੁੰਡਾ ਹੈ, ਇਹਦੇ ਵਿੱਚ ਕੁਝ ਲੱਗਦਾ ਹੈ। ਤੈਨੂੰ ਉਸ ਦੀਆਂ ਕਵਿਤਾਵਾਂ ਚੰਗੀਆਂ ਲੱਗੀਆਂ? ਸਾਰੀਆਂ ਦੀਆਂ ਸਾਰੀਆਂ ਮਾੜੀਆਂ ਨੇ, ਪਰ ਉਹਨਾਂ ਵਿੱਚ 8 ਤੁਕਾਂ ਸਨ ਜਿਹੜੀਆਂ ਹੁਣੇ ਜੰਗ ਵਿੱਚ ਜਿੱਤੇ ਕਿਲੇ ਦੇ ਬਰਾਬਰ ਹਾਸਾ। ਲਾਕ ਬੋਲੀ ਵਿੱਚ ਪਹਿਲਾਂ ਕਿਸੇ ਨੇ ਅੱਜ ਤੱਕ ਇਸ ਤਰ੍ਹਾਂ 8 ਤੁਕਾਂ ਦੀ ਕਵਿਤਾ ਨਹੀਂ ਲਿਖੀ। ਬਿਲਕੁਲ ਜਿਸ ਤਰ੍ਹਾਂ ਕਵਿਤਾਵਾਂ ਦੇ ਗੀਤਾਂ ਵਿੱਚ ਕੁਝ ਅਭੁੱਲ ਤੁਕਾਂ ਹੋ ਸਕਦੀਆਂ ਹਨ, 4 ਜਾਂ 8, ਇਸੇ ਤਰ੍ਹਾਂ ਕੁਝ ਸੰਪਰਕ ਅਤੇ ਦਿਨ ਹੁੰਦੇ ਹਨ ਅਤੇ ਕਿਸੇ ਦੇਸ਼ ਦੇ ਸੰਬੰਧ ਵਿੱਚ ਘਟਨਾਵਾਂ ਅਤੇ ਮਾਰਕੇ ਹੁੰਦੇ ਹਨ ਜਿਹੜੇ ਮਨ ਉੱਤੇ ਉਕਰੇ ਜਾਂਦੇ ਹਨ। ਮੈਂ ਉਹਨਾਂ ਨੂੰ ਲੈਣਾ ਅਤੇ ਉਹਨਾਂ ਨੂੰ ਆਪਣੀ ਨਵੀਂ ਇਮਾਰਤ, ਆਪਣੀ ਨਵੀਂ ਕਿਤਾਬ ਦੀਆਂ ਕੰਧਾਂ ਵਿੱਚ ਲਾਉਣਾ ਅਤੇ ਸੀਮਟ ਨਾਲ ਜੜਨਾ ਚਾਹੁੰਦਾ ਹਾਂ। ਮੈਂ ਉਹਨਾਂ ਦੀ ਥਾਂ ਵਿਆਖਿਆ ਕਰਨੀ ਪਸੰਦ ਨਹੀਂ ਕਰਾਂਗਾ। ਉਹਨਾਂ ਨੂੰ ਆਪਣੇ ਲਈ ਆਪ ਬੋਲਣ ਦਿਓ। ਸਾਗਰ ਤੱਟ ਉੱਤੇ ਮਾਰਚ ਦਾ ਮਹੀਨਾ ਹਮੇਸ਼ਾ ਹੀ ਤੂਫਾਨੀ ਹੁੰਦਾ ਹੈ। ਇੱਕ ਵਾਰੀ ਮਾਰਚ ਦੇ ਮਹੀਨੇ ਮਖਾਜ ਕਲਾ ਵਿੱਚ ਤੂਫਾਨ ਆ ਗਿਆ। 2 ਹਵਾਵਾਂ ਵਿੱਚ ਘਮਸਾਨ ਛਿੜ ਗਿਆ। ਇੱਕ ਕੈਸਪੀਅਨ ਸਾਗਰ ਵੱਲੋਂ ਆ ਰਹੀ ਸੀ ਅਤੇ ਦੂਜੀ ਪਹਾੜਾਂ ਤੋਂ ਛੂਟ ਵੱਟੀ ਹੇਠਾਂ ਆ ਰਹੀ ਸੀ। ਇੱਕ ਹਵਾ ਵਿਸ਼ਾਲ ਖੁੱਲ੍ਹੇ ਸਾਗਰ ਨੂੰ ਰੋਹ ਨਾਲ ਝੰਬਣ ਤੋਂ ਪਿੱਛੋਂ ਸ਼ਹਿਰ ਨਾਲ ਆ ਟਕਰਾਈ। ਦੂਜੀਆਂ ਉਚਾਈਆਂ ਤੋਂ ਡਿੱਗਦੀ ਭਾਰੀ ਚਟਾਨ ਵਾਂਗ ਆ ਲੱਥੀ। ਦੋਵੇਂ ਹਵਾਵਾਂ ਰੋਹ ਵਿੱਚ ਗੁੱਥਮ ਗੁੱਥਾ ਹੋ ਗਈਆਂ ਅਤੇ ਇੱਕ ਦੂਜੀ ਨੂੰ ਨੌਂਦਰਾਂ ਮਾਰਦੀਆਂ ਰਹੀਆਂ। ਜੰਗ ਜਾਰੀ ਸੀ। ਜਦੋਂ 2 ਦੈਂਤ ਲੜਦੇ ਹੋਣ ਤਾਂ ਉਹਨਾਂ ਦੇ ਰਸਤੇ ਵਿੱਚ ਆਉਣਾ ਖਤਰਨਾਕ ਹੁੰਦਾ ਹੈ। ਮਖਾਜ ਕਲਾ ਹੁਣ ਉਹਨਾਂ ਦੇ ਵਿਚਕਾਰ ਖੜਾ ਸੀ। ਸਭ ਕੁਝ ਜੋ ਵੀ ਵੱਜਾ ਨਹੀਂ ਸੀ ਹੋਇਆ ਜਾਂ ਧਰਤੀ ਉੱਤੇ ਪੱਕੀ ਤਰ੍ਹਾਂ ਨਹੀਂ ਸੀ ਖੜਾ, ਇੱਕਦਮ ਹਵਾ ਵਿੱਚ ਉੱਡ ਗਿਆ। ਮਾੜੇ ਦਰਖਤ, ਖਾਲੀ ਖੋਖੇ, ਝੁੱਗੀਆਂ ਦੀਆਂ ਛੱਤਾਂ, ਪਲਾਈਵੁੱਡ ਦੇ ਸਟਾਲ ਅਤੇ ਹਰ ਤਰ੍ਹਾਂ ਦਾ ਕੂੜਾ ਕਰਕਟ ਹਵਾ ਵਿੱਚ ਉੱਡਣ ਲੱਗਾ। ਪਰ ਪੁਰਾਣੇ ਦਰਖਤ ਅਤੇ ਵੱਡੇ ਵੱਡੇ ਘਰ ਮਾਣ ਨਾਲ ਡਟੇ ਰਹੇ ਅਤੇ ਪੱਕੇ ਪੈਰੀਂ ਖੜ੍ਹੇ ਰਹੇ। ਸਭ ਕੁਝ ਜੋ ਕਮਜ਼ੋਰ ਅਤੇ ਪੱਕੇ ਪੈਰੀਂ ਨਹੀਂ ਸੀ, ਹਵਾ ਉਡਾ ਕੇ ਲੈ ਗਈ। ਸਿਰਫ ਮਜ਼ਬੂਤ ਅਤੇ ਪੱਕੇ ਪੈਰਾਂ ਵਾਲੇ ਖੜ੍ਹੇ ਰਹੇ। ਬਿਲਕੁਲ ਇਸੇ ਤਰ੍ਹਾਂ ਹੁੰਦਾ ਹੈ ਘਟਨਾਵਾਂ, ਭਾਵਨਾਵਾਂ ਅਤੇ ਮਨੁੱਖੀ ਵਿਚਾਰਾਂ ਨਾਲ ਵੀ। ਸਮੇਂ ਦੀ ਮਾੜੀ ਜਿਹੀ ਹਵਾ ਨਾਲ ਉਹ ਉੱਡ ਸਕਦੇ ਹਨ, ਜਾਂ ਉਹ ਐਸੇ ਵੀ ਹੋ ਸਕਦੇ ਹਨ ਕਿ ਜ਼ਿੰਦਗੀ ਦੇ ਸਖਤ ਤੂਫਾਨ ਵੀ ਉਹਨਾਂ ਨੂੰ ਖੰਡਾ ਨਾ ਸਕਣ ਜਾਂ ਉਡਾ ਕੇ ਨਾ ਲਿਜਾ ਸਕਣ।
ਇਹੋ ਜਿਹੀਆਂ ਸਥਿਰ ਘਟਨਾਵਾਂ, ਵਿਚਾਰਾਂ ਅਤੇ ਭਾਵਨਾਵਾਂ ਤੋਂ ਮੈਨੂੰ ਆਪਣੀ ਕਿਤਾਬ ਦੀ ਇਮਾਰਤ ਬਣਾਉਣੀ ਚਾਹੀਦੀ ਹੈ। ਇਹ ਪਰੰਪਰਾਈ ਅਵਾਰ ਢੰਗ ਦੀ ਬਣਨੀ ਚਾਹੀਦੀ ਹੈ, ਪਰ ਫਿਰ ਵੀ ਆਧੁਨਿਕ ਹੋਵੇ। ਘਰ ਐਸੀ ਥਾਂ ਹੋਣਾ ਚਾਹੀਦਾ ਹੈ ਜਿਸ ਵਿੱਚ ਪਰਿਵਾਰ ਰਹਿ ਕੇ ਖੁਸ਼ ਹੋਵੇ ਅਤੇ ਪ੍ਰਾਹੁਣਾ ਆ ਕੇ ਖੁਸ਼ ਹੋਵੇ। ਘਰ ਐਸੀ ਥਾਂ ਹੋਣਾ ਚਾਹੀਦਾ ਹੈ ਜਿੱਥੇ ਬੱਚਿਆਂ ਨੂੰ ਖੁਸ਼ੀ, ਜਵਾਨਾਂ ਨੂੰ ਮੁਹੱਬਤ ਅਤੇ ਬੁੱਢਿਆਂ ਨੂੰ ਚੈਨ ਮਿਲ ਸਕੇ। ਮੇਰਾ ਦਾਗਿਸਤਾਨ ਮੇਰੀ ਕਿਤਾਬ ਹੈ। ਮੈਂ ਤੈਨੂੰ ਕਿਸ ਤਰ੍ਹਾਂ ਦੇਖਦਾ ਹਾਂ? ਕਿਸ ਨਾਲ ਤੁਲਨਾ ਕਰਾਂ? ਅਸਮਾਨੀ ਉੱਡਦੇ ਉਕਾਬ ਨਾਲ? ਪਰ ਉਕਾਬ ਮਨੁੱਖ ਦੀ ਕਿਰਤ ਨਹੀਂ, ਇਹ ਕੁਦਰਤ ਦੀ ਰਚਨਾ ਹੈ ਅਤੇ ਇਸ ਨੂੰ ਬਣਾਉਣ ਵਿੱਚ ਸਾਡੀ ਸੋਚਣੀ ਦਾ ਕੋਈ ਹਿੱਸਾ ਨਹੀਂ। ਹਵਾਈ ਜਹਾਜ਼ ਨਾਲ? ਪਰ ਹਵਾਈ ਜਹਾਜ਼ ਧਰਤੀ ਤੋਂ ਬਹੁਤ ਜ਼ਿਆਦਾ ਉੱਚਾ ਉੱਡਦਾ ਹੈ ਅਤੇ ਜਦੋਂ ਉਤਰਦਾ ਹੈ ਤਾਂ ਉਸ ਦੇ ਦੁਆਲੇ ਸਿਰਫ ਹਵਾਈ ਅੱਡੇ ਦਾ ਭੂਮੀ ਦ੍ਰਿਸ਼ ਹੁੰਦਾ ਹੈ। ਮੈਨੂੰ ਨਹੀਂ ਚੰਗਾ ਲੱਗਦਾ ਜਦੋਂ ਲੋਕ ਉੱਪਰੋਂ ਧਰਤੀ ਵੱਲ ਦੇਖਦੇ ਹਨ ਅਤੇ ਉੱਥੋਂ ਹੀ ਇਸ ਬਾਰੇ ਗੱਲਾਂ ਕਰਦੇ ਹਨ। ਨਹੀਂ, ਮੈਂ ਇਸ ਨੂੰ ਐਸੀ ਮਸ਼ੀਨ ਵਜੋਂ ਦੇਖਦਾ ਹਾਂ ਜਿਹੜੀ ਹਵਾ ਵਿੱਚ ਹਵਾਈ ਜਹਾਜ਼ ਵਾਂਗ ਉੱਡਦੀ ਹੈ, ਪਾਣੀ ਉੱਤੇ ਜਹਾਜ਼ ਵਾਂਗ ਤਰਦੀ ਹੈ ਅਤੇ ਜ਼ਮੀਨ ਉੱਤੇ ਗੱਡੀ ਵਾਂਗ ਚੱਲਦੀ ਹੈ। ਮੈਂ ਉਡਾਰੂ ਇੰਜਣ ਡਰਾਈਵਰ ਅਤੇ ਮਾਂਝੀ ਹਾਂ। ਯੁੱਗਾਂ ਪੁਰਾਣੇ ਪਰ ਅਮਰ ਦਾਗਿਸਤਾਨ ਤੋਂ ਅਸੀਂ ਤੁਰਨਾ ਹੈ। ਇਹ ਸਾਡਾ ਹਵਾਈ ਅੱਡਾ, ਸਾਡਾ ਸਟੇਸ਼ਨ, ਸਾਡੀ ਬੰਦਰਗਾਹ ਹੈ। ਉੱਥੋਂ ਅਸੀਂ ਹਵਾ ਰਾਹੀਂ ਜ਼ਮੀਨ ਜਾਂ ਪਾਣੀ ਉੱਪਰੋਂ ਦੁਨੀਆ ਦੇ ਸਾਰੇ ਕੋਨਿਆਂ ਵਿੱਚ ਉਹਨਾਂ ਸਾਰੀਆਂ ਥਾਵਾਂ ਉੱਤੇ ਜਾ ਸਕਦੇ ਹਾਂ ਜਿੱਥੇ ਮੈਂ ਸੱਚਮੁੱਚ ਹੋ ਆਇਆ ਹਾਂ, ਜਾਂ ਉਹਨਾਂ ਥਾਵਾਂ ਉੱਤੇ ਵੀ ਜਿਨ੍ਹਾਂ ਨੂੰ ਮੈਂ ਸਿਰਫ ਆਪਣੀ ਕਲਪਨਾ ਵਿੱਚ ਹੀ ਦੇਖਿਆ ਹੈ। ਅਸੀਂ ਸਵਾਰੀ ਕਰੀਏ, ਉੱਡੀਏ ਕਿ ਤੁਰੀਏ। ਬਾਰੀਆਂ ਵਿੱਚੋਂ ਦੀ ਅਸੀਂ ਬਰਫਾਨੀ ਚੋਟੀਆਂ ਵਾਲੇ ਪਹਾੜ, ਹਰੇ ਭਰੇ ਸਬਜ਼ਾਜ਼ਾਰ, ਚੌੜੇ ਦਰਿਆ ਅਤੇ ਅਥਾਹ ਸਮੁੰਦਰ ਦੇਖ ਸਕਦੇ ਹਾਂ। ਧੜਕਦੀ ਬਸੰਤ, ਹਲਕੀ ਪਤਝੜ, ਡਾਢਾ ਸਿਆਲ ਅਤੇ ਸਾੜਵਾਂ ਹੁਨਾਲ ਸਾਡੀਆਂ ਬਾਰੀਆਂ ਦੇ ਕੋਲੋਂ ਦੀ ਦੌੜਦੇ ਲੰਘਦੇ ਜਾਂਦੇ ਹਨ ਅਤੇ ਕਿੰਨੇ ਸਾਰੇ ਨੇ ਮੇਰੇ ਨਾਲ ਸਫ਼ਰ ਕਰਨ ਵਾਲੇ, ਆਪਣੀਆਂ ਲਹੂ ਭਿੱਜੀਆਂ ਪੱਟੀਆਂ ਵਾਲੇ, ਸ਼ਾਮਲ ਦੇ ਮੁਰੀਦ ਅਤੇ ਪਹਾੜਾਂ ਦੇ ਗੁਰੀਲੇ ਅਤੇ ਮੇਰੇ ਸਮਕਾਲੀ ਜ਼ਿੰਦਗੀ ਦੇ ਹਰ ਖੇਤਰ 'ਚੋਂ ਆਦਮੀ ਅਤੇ ਔਰਤਾਂ। ਕਦੀ ਵੀ ਜਿਸ ਨਾਲ ਮੈਂ ਗੱਲ ਕੀਤੀ, ਦੇਖਿਆ ਹੈ, ਮਿਲਿਆ ਹਾਂ ਅਤੇ ਯਾਦ ਰੱਖਿਆ ਹੈ, ਉਹਨਾਂ ਸਭ ਨੇ ਮੈਨੂੰ ਘੇਰਿਆ ਹੈ। ਮੇਰੀ ਕਿਤਾਬ ਦੀ ਗੱਡੀ, ਹਵਾਈ ਜਹਾਜ਼ ਜਾਂ ਜਹਾਜ਼ ਵਿੱਚ ਚੜ੍ਹਨ ਲਈ ਸਿਰਫ ਇੱਕ ਟਿਕਟ ਚਾਹੀਦੀ ਹੈ ਕਿ ਮੇਰੇ ਮਨ ਵਿੱਚ ਕੋਈ ਪ੍ਰਭਾਵ ਰਹਿ ਗਿਆ ਹੋਵੇ, ਕਿ ਲੋਕ ਅਤੇ ਘਟਨਾਵਾਂ ਉਹਨਾਂ 8 ਤੁਕੀਆਂ ਕਵਿਤਾਵਾਂ ਜਾਂ ਉਹਨਾਂ ਤੁਕਾਂ ਨਾਲ ਮਿਲਦੀਆਂ ਹੋਣ ਜਿਹੜੀਆਂ ਮੈਨੂੰ ਉਹਨਾਂ ਲੰਮੇ ਗੀਤਾਂ ਵਿੱਚੋਂ ਯਾਦ ਹਨ ਜਿਹੜੇ ਮੈਂ ਚੱਲਦੇ ਫਿਰਦੇ ਗਵਈਆਂ ਤੋਂ ਸੁਣੀਆਂ ਸਨ, ਕਿ ਉਹ ਉਹਨਾਂ 8 ਤੁਕਾਂ ਵਾਂਗ ਹੋਣ ਜਿਨ੍ਹਾਂ ਵੱਲ ਅਬੂ ਤਾਲਬ ਨੇ 10 ਕਵਿਤਾਵਾਂ ਸੁਣਨ ਤੋਂ ਪਿੱਛੋਂ ਧਿਆਨ ਦਿਵਾਇਆ ਸੀ, ਕਿ ਉਹ ਉਹਨਾਂ ਦਰੱਖਤਾਂ ਅਤੇ ਘਰਾਂ ਵਾਂਗ ਖੜ੍ਹੇ ਰਹਿਣ ਜਿਹੜੇ ਤੂਫਾਨਾਂ ਨੂੰ ਸਹਿ ਸਕਦੇ ਸਨ, ਜਦੋਂ ਕਿ ਹਰ ਕਮਜ਼ੋਰ ਨਿਤਾਣੀ ਚੀਜ਼ ਹਵਾ ਵਿੱਚ ਇੰਝ ਉੱਡ ਗਈ ਸੀ ਜਿਸ ਤਰ੍ਹਾਂ ਪਤਝੜ ਵਿੱਚ ਪੱਤੇ ਉੱਡ ਜਾਂਦੇ ਹਨ। ਨਹੀਂ ਤਾਂ ਮੈਂ ਕਾਜ਼ਾਨੀਸ਼ੀ ਪਿੰਡ ਦੇ ਕਿਸੇ ਮੁਸਲਿਮ ਵਰਗਾ ਲੱਗਾਂਗਾ, ਜਿਸ ਬਾਰੇ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸ ਨਾਲ ਕੀ ਵਾਪਰੀ ਸੀ। ਮਈ ਵਿੱਚ ਜਦੋਂ ਭੇਡਾਂ ਨੂੰ ਗਰਮ ਧੂੜ ਵਾਲੀਆਂ ਸਟੈਪੀਜ਼ ਤੋਂ ਹਿੱਕ ਕੇ ਠੰਡੀਆਂ ਹਰੀਆਂ ਪਹਾੜੀ ਚਾਰਗਾਹਾਂ ਵਿੱਚ ਲਿਆਂਦਾ ਜਾਂਦਾ ਹੈ, ਤਾਂ ਕਾਜ਼ਾਨੀਸ਼ੀ ਪਿੰਡ ਦੇ ਇੱਕ ਮੁਸਲਿਮ ਨੇ ਲੇਖਕ ਯੂਨੀਅਨ ਨੂੰ ਬੇਨਤੀ ਕੀਤੀ ਕਿ ਇਸ ਬਾਰੇ ਕੁਝ ਲਿਖਣ ਲਈ ਉਸ ਨੂੰ ਨਾਲ ਭੇਜ ਦਿੱਤਾ ਜਾਵੇ। ਜਾਂ ਹੋ ਸਕਦਾ ਹੈ ਕਿ ਇਹ ਸਤੰਬਰ ਦੀ ਗੱਲ ਹੋਵੇ, ਜਦੋਂ ਇਸ ਦੇ ਉਲਟ ਜਿਉਂ ਹੀ ਠੰਡਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਭੇਡਾਂ ਨੂੰ ਹਿੱਕ ਕੇ ਵਧੇਰੇ ਗਰਮ ਸਟੈਪੀਜ਼ ਵਿੱਚ ਲਿਜਾਇਆ ਜਾਂਦਾ ਹੈ। ਅਸੀਂ ਸਫ਼ਰ ਦਾ ਪ੍ਰਬੰਧ ਕੀਤਾ ਅਤੇ ਮੁਸਲਿਮ ਨਾਲ ਚਲਾ ਗਿਆ। ਉਹ ਬੜੀ ਇਮਾਨਦਾਰੀ ਨਾਲ ਸਾਰਾ ਰਾਹ ਗਡਰੀਆਂ ਅਤੇ ਉਹਨਾਂ ਦੇ ਇੰਜਣ ਦੇ ਪਿੱਛੇ ਪਿੱਛੇ ਚੱਲਦਾ ਰਿਹਾ। ਜਦੋਂ ਉਸ ਦੇ ਵਾਪਸ ਮੁੜਨ ਦਾ ਸਮਾਂ ਆਇਆ ਤਾਂ ਜਿਨ੍ਹਾਂ ਨੋਟਬੁੱਕਾਂ ਨੂੰ ਉਹ ਕੁਝ ਝਰੀਟ ਕੇ ਭਰਦਾ ਰਿਹਾ ਸੀ, ਉਹ ਘੋੜੇ ਦੇ ਪਿੱਛੇ ਲੱਦਣੀਆਂ ਪਈਆਂ ਸਨ। ਹਰ ਰੋਜ਼ ਉਹ ਜੋ ਕੁਝ ਦੇਖਦਾ ਸੀ ਲਿਖ ਲੈਂਦਾ ਸੀ। ਕੋਈ ਵੀ ਵਿਸਥਾਰ, ਭਾਵੇਂ ਕਿੰਨਾ ਨਗੂਣਾ ਹੀ ਕਿਉਂ ਨਾ ਹੋਵੇ, ਉਸ ਦੀ ਕਲਮ ਤੋਂ ਨਹੀਂ ਸੀ ਉੱਕਿਆ। ਹਰ ਵਾਰੀ ਜਦੋਂ ਉਹ ਘੋੜਾ ਦੇਖਦਾ ਤਾਂ ਉਸ ਬਾਰੇ ਲਿਖ ਲੈਂਦਾ। ਹਰ ਵਾਰੀ ਜਦੋਂ ਉਹ ਗਡਰੀਆ ਦੇਖਦਾ ਤਾਂ ਉਸ ਬਾਰੇ ਹੋਰ ਲਿਖ ਲੈਂਦਾ, ਅਤੇ ਹਰ ਵਾਰੀ ਜਦੋਂ ਉਹ ਭੇਡ ਦੇਖਦਾ, ਭੇਡ ਬਾਰੇ ਲਿਖ ਲੈਂਦਾ। ਜ਼ਰਾ ਖਿਆਲ ਕਰੋ
ਉੱਥੇ ਕਿੰਨੇ ਗਡਰੀਏ ਅਤੇ ਕਿੰਨੀਆਂ ਭੇਡਾਂ ਹੋਣਗੀਆਂ। ਉਸ ਤੋਂ ਕੁਝ ਨਾ ਉਕਿਆ। ਉਸਨੇ ਸਿਰਫ ਉਹ ਕੁਝ ਹੀ ਨਾ ਲਿਖਿਆ ਜੋ ਕੁਝ ਉਸਨੇ ਦੇਖਿਆ ਸੀ, ਸਗੋਂ ਜੋ ਕੁਝ ਉਸਨੇ ਸੁਣਿਆ ਸੀ ਉਹ ਵੀ ਲਿਖ ਲਿਆ। ਉਸਨੇ ਉਹਨਾਂ ਬਾਰੇ ਵੀ ਲਿਖਿਆ ਜੋ ਬਹੁਤ ਤੇਜ਼ ਸਨ ਅਤੇ ਜਿਨ੍ਹਾਂ ਨੂੰ ਜ਼ਰਾ ਕਾਬੂ ਵਿੱਚ ਰੱਖਣਾ ਜ਼ਰੂਰੀ ਸੀ, ਅਤੇ ਉਹਨਾਂ ਬਾਰੇ ਵੀ ਜੋ ਬਹੁਤ ਸੁਸਤ ਸਨ ਅਤੇ ਉਹਨਾਂ ਨੂੰ ਧੱਕਾ ਲਾਉਣਾ ਚਾਹੀਦਾ ਸੀ। ਜਿਸ ਸੜਕ ਉੱਤੇ ਉਹ ਚੱਲ ਕੇ ਗਏ ਸਨ, ਉਸ ਬਾਰੇ ਉਸਦੀ ਕਿਤਾਬ ਖੁਦ ਸੜਕ ਨਾਲੋਂ ਵੀ ਲੰਮੀ ਨਿਕਲੀ। ਉਸ ਕਿਤਾਬ ਨੂੰ ਪੜ੍ਹਨ ਲਈ ਓਨਾ ਹੀ ਸਮਾਂ ਚਾਹੀਦਾ ਸੀ ਜਿੰਨਾ ਸਮਾਂ ਮੁਸਲਿਮ ਆਪਣੇ ਸਫ਼ਰ ਉੱਤੇ ਰਿਹਾ ਸੀ। ਮਗਰੋਂ ਗਡਰੀਆਂ ਨੇ ਸਾਨੂੰ ਦੱਸਿਆ ਕਿ ਜਦੋਂ ਉਹ ਗਮਰੀਨ ਪਹਾੜੀ ਉੱਤੇ ਚੜ੍ਹ ਰਹੇ ਸਨ ਤਾਂ ਉਹਨਾਂ ਨੂੰ ਇੱਕ ਖੱਚਰ ਦਿਖਾਈ ਦਿੱਤੀ। ਮੁਸਲਿਮ ਲਈ ਇੰਨਾ ਕਾਫੀ ਨਹੀਂ ਸੀ ਕਿ ਉਹ ਉਸ ਵਿਚਾਰੇ ਜਾਨਵਰ ਦਾ ਵਰਣਨ ਕਰ ਦਿੰਦਾ। ਉਹ ਉਸ ਦਾ ਹਰ ਖੁਰ ਦੇਖਣਾ ਚਾਹੁੰਦਾ ਸੀ। ਉਹ ਭੱਜਾ ਖੱਚਰ ਕੋਲ ਗਿਆ, ਉਸਦੀ ਪਿਛਲੀ ਲੱਤ ਜਾ ਫੜੀ ਅਤੇ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਖੱਚਰ ਲੇਖਕ ਦੀ ਇੱਛਾ ਤੋਂ ਅਤੇ ਉਸਦੇ ਮਿਸ਼ਨ ਦੀ ਮਹੱਤਤਾ ਤੋਂ ਅਣਜਾਣ ਸੀ। ਉਸਨੇ ਮੂੜ ਮੱਤ ਵਿੱਚ ਆ ਕੇ ਮੁਸਲਿਮ ਨੂੰ ਛੜ ਕੱਢ ਮਾਰੀ, ਜਿਹੜੀ ਉਸਦੇ ਨੱਕ 'ਤੇ ਪਈ। ਗਡਰੀਏ ਖਿੜਖੜਾ ਕੇ ਹੱਸ ਪਏ। ਹੁਣ ਮੁਸਲਿਮ ਨੂੰ ਇਹ ਵੀ ਲਿਖਣਾ ਪਵੇਗਾ। ਬੇਸ਼ੱਕ ਖੱਚਰ ਬਹੁਤ ਭੈੜੇ ਤੌਰ ਤਰੀਕਿਆਂ ਵਾਲਾ ਜਾਨਵਰ ਹੈ, ਪਰ ਇਸ ਬਾਰੇ ਸ਼ਾਇਦ ਇਹ ਠੀਕ ਹੀ ਸੀ। ਬਹੁਤੀ ਟੰਗ ਅੜਾਉਣ ਵਾਲਿਆਂ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ। ਸਾਨੂੰ ਦੱਸ ਮੁਸਲਿਮ, ਅਸੀਂ ਉਸਨੂੰ ਛੇੜਿਆ? ਆਪਣੀ ਕਿਤਾਬ ਵਿੱਚ ਤੂੰ ਖਾਰੀ ਕੋਲੋਂ ਪਿੰਡ ਵਿਚਲੇ ਖੋਤੇ ਦੇ ਬੱਚੇ ਤੋਂ ਲੈ ਕੇ ਖੱਚਰ ਦੇ ਖੁਰ ਤੱਕ ਸਭ ਕੁਝ ਲਿਖਿਆ ਹੈ, ਪਰ ਇਹ ਕਿਵੇਂ ਹੋਇਆ ਕਿ ਤੂੰ ਸਿੰਗਾਂ ਤੋਂ ਬਗੈਰ ਬੱਕਰੀ ਬਾਰੇ ਕੁਝ ਨਹੀਂ ਲਿਖਿਆ? ਪਰ ਤੁਹਾਨੂੰ ਗਲਤੀ ਲੱਗੀ ਹੈ। ਤੁਹਾਨੂੰ ਮੇਰੀ ਕਹਾਣੀ ਵਿੱਚ ਸਿੰਗਾਂ ਤੋਂ ਬਿਨਾਂ ਬੱਕਰੀ ਦਾ ਵੀ ਜ਼ਿਕਰ ਮਿਲੇਗਾ। ਸਿਰਫ ਮੈਂ ਇਸ ਨੂੰ ਸਥਾਨਕ ਨਾਮ ਨਾਲ ਬੁਲਾਇਆ ਹੈ। ਆਪਣੀ ਕਹਾਣੀ ਵਿੱਚ ਮੈਂ ਖਾਨਕਵਾ ਨਾਂ ਹੇਠ ਇਸ ਦਾ ਜ਼ਿਕਰ ਕੀਤਾ ਹੈ। ਅਸੀਂ ਹੱਸ ਪਏ, ਪਰ ਮਗਰੋਂ ਅਸੀਂ ਮੁਸਲਿਮ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਲੇਖਕ ਜੋ ਕੁਝ ਦੇਖਦਾ ਹੈ ਉਸ ਸਭ ਕੁਝ ਬਾਰੇ ਹੀ ਨਹੀਂ ਲਿਖ ਸਕਦਾ, ਅਤੇ ਉਸਨੂੰ ਸਾਰੇ ਵਿੱਚੋਂ ਸਿਰਫ ਉਹੀ ਕੁਝ ਚੁਣ ਲੈਣਾ ਚਾਹੀਦਾ ਹੈ ਜਿਸ ਦੀ ਉਸਨੂੰ ਲੋੜ ਹੁੰਦੀ ਹੈ। ਇੱਕੋ ਵਾਕ ਵਿੱਚ ਵੱਡਾ ਵਿਚਾਰ ਸਮਾ ਸਕਦਾ ਹੈ। ਇੱਕੋ ਲਫ਼ਜ਼ ਵੀ ਮਹਾਨ ਭਾਵਨਾ ਪ੍ਰਗਟ ਕਰ ਸਕਦਾ ਹੈ। ਇੱਕੋ ਘਟਨਾ ਹੀ ਸਾਰੀ ਕਹਾਣੀ ਨੂੰ ਪੇਸ਼ ਕਰ ਸਕਦੀ ਹੈ। ਅਜੇ ਬਹੁਤਾ ਚਿਰ ਨਹੀਂ ਸੀ ਹੋਇਆ, ਅਸੀਂ ਬਹੁਤ ਸਾਰਾ ਮੁੜ ਜਥੇਬੰਦ ਕਰਨ ਦਾ ਕੰਮ ਕੀਤਾ। ਅਸੀਂ ਅਜੇ ਵੀ ਇੱਕਦਮ ਇੱਕ ਜਾਂ ਦੂਜੀ ਚੀਜ਼ ਨੂੰ ਨਵੇਂ ਸਿਰਿਓਂ ਜਥੇਬੰਦ ਕਰਨ ਲੱਗ ਪੈਂਦੇ ਹਾਂ। ਮੈਨੂੰ ਵੀ ਲਾਗ ਲੱਗ ਗਈ ਹੈ ਅਤੇ ਮੈਂ ਸਾਹਿਤਕ ਰੂਪ ਨੂੰ ਮੁੜ ਜਥੇਬੰਦ ਕਰ ਰਿਹਾ ਹਾਂ ਜਿਸ ਨੂੰ ਮੈਂ ਵਰਤਣਾ ਹੈ। ਮੈਂ ਸਾਰੇ ਸਾਹਿਤਕ ਰੂਪ ਇੱਕੋ ਕਿਤਾਬ ਵਿੱਚ ਇਕੱਠੇ ਕਰ ਰਿਹਾ ਹਾਂ ਅਤੇ ਆਪਣੀ ਇੱਕੋ ਇੱਕ ਪ੍ਰਬੰਧਕਾਰੀ ਹੇਠ ਲਿਆ ਰਿਹਾ ਹਾਂ। ਇੱਕ ਪਾਸੇ ਮੈਂ ਸਟਾਫ ਘੱਟ ਕਰਦਾ ਹਾਂ, ਦੂਜੀ ਥਾਂ ਵਧਾ ਦਿੰਦਾ ਹਾਂ। ਮੈਂ ਵੱਖ-ਵੱਖ ਸਾਹਿਤਕ ਰੂਪਾਂ ਦੀ ਥਾਂ ਬਦਲ ਕੇ ਦੇਖਦਾ ਹਾਂ, ਦੋਹਾਂ ਨੂੰ ਇਕੱਠਾ ਕਰ ਦਿੰਦਾ ਹਾਂ ਜਾਂ ਇੱਕ ਨੂੰ ਦੋ ਵਿੱਚ ਵੰਡ ਦਿੰਦਾ ਹਾਂ। ਜਦੋਂ ਤੁਸੀਂ ਬਹੁਤ ਵਾਰੀ ਮੁੜ ਜਥੇਬੰਦੀ ਕਰੋ ਤਾਂ ਮੁੜ ਜਥੇਬੰਦ ਕੀਤੇ ਰੂਪਾਂ ਵਿੱਚੋਂ ਇੱਕ ਲਾਜ਼ਮੀ ਤੌਰ 'ਤੇ ਚੰਗਾ ਹੋਵੇਗਾ, ਭਾਵੇਂ ਸਬੱਬੀ ਤੌਰ ਉੱਤੇ ਹੀ ਕਿਉਂ ਨਾ ਹੋਵੇ। ਵਾਰਤਾ ਇੱਕ ਪਰਬਤਵਾਸੀ ਦੀ ਜਿਹੜਾ ਮਖਾਜ ਕਲਾ ਆਇਆ ਸੀ। ਇੱਕ ਪਰਬਤਵਾਸੀ ਕਿਸੇ ਖਾਸ ਕੰਮ ਮਖਾਜ ਕਲਾ ਆਇਆ। ਉਸ ਕੋਲ ਬੜੇ ਪੈਸੇ ਸਨ, ਜਿਹੜੇ ਬੇਸ਼ੱਕ ਉਸਦੇ ਆਪਣੇ ਨਹੀਂ ਸਨ, ਸਗੋਂ ਸਰਕਾਰੀ ਖਰਚ ਲਈ ਸਨ। ਉਹ ਰੈਸਟੋਰਾਂ ਵਿੱਚ ਖਾਂਦਾ ਅਤੇ ਪੀਂਦਾ। ਸ਼ਹਿਰ ਵਿੱਚ ਆ ਕੇ ਪਹਿਲੇ ਦਿਨ ਉਸਨੇ ਰੈਸਟੋਰੈਂਟ ਵਿੱਚ ਇੰਨੀ ਉੱਚੀ ਆਵਾਜ਼ ਦਿੱਤੀ ਕਿ ਸਾਰੇ ਸੁਣ ਸਕਦੇ ਸਨ, ਬਹਿਰਾ ਕੁਝ ਹੋਰ ਬਰਾਂਡੀ ਲਿਆ। ਲੋਕ ਮੁੜ ਮੁੜ ਕੇ ਉਸ ਆਦਮੀ ਵੱਲ ਦੇਖਣ ਲੱਗੇ ਜਿਹੜਾ ਇੰਨੀ ਮਹਿੰਗੀ ਬਰਾਂਡੀ ਪੀ ਰਿਹਾ ਸੀ, ਅਤੇ ਹੈਰਾਨ ਹੋਣ ਲੱਗੇ ਕਿ ਉਹ ਕੌਣ ਹੋ ਸਕਦਾ ਹੈ। ਸ਼ਹਿਰ ਵਿੱਚ ਆਪਣੇ ਆਖਰੀ ਦਿਨ ਉਸਨੇ ਉਸੇ ਬਹਿਰੇ ਨੂੰ ਕੰਨ ਵਿੱਚ ਪੁੱਛਿਆ, ਤੁਹਾਡੇ ਰੈਸਟੋਰੈਂਟ ਵਿੱਚ ਸੇਵੀਆਂ ਦੀ ਇੱਕ ਪਲੇਟ ਕਿਸ ਤਰ੍ਹਾਂ ਮਿਲਦੀ ਹੈ? ਸਾਹ ਦੀ ਤਾਕਤ ਦਾ ਅੰਦਾਜ਼ਾ ਹਲ ਵਾਉਣ ਤੋਂ ਪਹਿਲਾਂ ਨਹੀਂ, ਸਗੋਂ ਪਿੱਛੋਂ ਲਾਉਣਾ ਚਾਹੀਦਾ ਹੈ। ਉਸਦੇ ਚਾਰਗਾਹ ਵਿੱਚ ਛੜਾ ਮਾਰਨ ਤੋਂ ਨਹੀਂ, ਸਗੋਂ ਉਸਦੇ ਹਲ ਖਿੱਚਣ ਤੋਂ ਲਾਉਣਾ ਚਾਹੀਦਾ ਹੈ। ਘੋੜੇ ਨੂੰ ਉਦੋਂ ਸਲਾਉਣਾ ਚਾਹੀਦਾ ਹੈ ਜਦੋਂ ਤੁਸੀਂ ਕਾਠੀ ਤੋਂ ਉਤਰਦੇ ਹੋ, ਨਾ ਕਿ ਉਦੋਂ ਜਦੋਂ ਤੁਸੀਂ ਕਾਠੀ ਉੱਤੇ ਬੈਠਦੇ ਹੋ। ਕੀ ਮੈਂ ਆਪਣੀ ਕਿਤਾਬ ਨੂੰ ਉਸੇ ਤਰ੍ਹਾਂ ਫੂਕਾਂ ਮਾਰ ਰਿਹਾ ਹਾਂ ਜਿਸ ਤਰ੍ਹਾਂ ਅਨਸਾਲਤਾਨੀ ਆਪਣੀ ਪਾਈਪ ਨੂੰ ਮਾਰਦੇ ਹਨ? ਕੀ ਮੈਂ ਲੱਕੜ ਦੀ ਅੰਗੀਠੀ ਬਣਾ ਰਿਹਾ ਹਾਂ? ਕੀ ਮੈਂ ਭੇੜੀਏ ਦੀ ਥਾਂ ਕੁੱਤੇ ਨੂੰ ਮਾਰ ਰਿਹਾ ਹਾਂ
ਜਿਸ ਤਰ੍ਹਾਂ ਤਸਾਦਾ ਦੇ ਲੋਕਾਂ ਨੇ ਇੱਕ ਵਾਰੀ ਕੀਤਾ ਸੀ। ਸਫ਼ਰ ਦੇ ਆਰੰਭ ਵਿੱਚ ਟੀਚਾ ਬੜੀ ਦੂਰ ਲੱਗਦਾ ਹੈ। ਕੀ ਮੇਰੇ ਵਿੱਚ ਇਸ ਤੱਕ ਪਹੁੰਚਣ ਜੋਗੀ ਹਿੰਮਤ, ਪ੍ਰੇਮ ਤੇ ਸਬਰ ਹੈ, ਜਾਂ ਕਿ ਮੇਰਾ ਵੀ ਅੰਤ ਸਿਰ ਖੁਰਕਣ ਨਾਲ ਤੇ ਸੇਵੀਆਂ ਦੀ ਇੱਕ ਪਲੇਟ ਦੀ ਕੀਮਤ ਪੁੱਛਣ ਨਾਲ ਹੀ ਹੋਵੇਗਾ? ਇੱਕ ਯਾਦ। ਇੱਕ ਸਿਆਲ ਦਾਗਿਸਤਾਨ ਵਿੱਚ ਕੋਹਰਾ ਕੁਝ ਆਮ ਨਾਲੋਂ ਜ਼ਿਆਦਾ ਸਖਤ ਪਿਆ। ਇੱਕਦਮ ਬਰਫ਼ ਪਈ ਤੇ ਜ਼ਮੀਨ ਉੱਤੇ 3-3 ਫੁੱਟ ਬਰਫ਼ ਜੰਮ ਗਈ। ਭੇਡਾਂ ਤੇ ਲੇਲਿਆਂ ਲਈ ਕੋਈ ਚਾਰਾ ਨਹੀਂ ਸੀ ਤੇ ਉਹ ਮਰਨੇ ਸ਼ੁਰੂ ਹੋ ਗਏ। ਮੈਨੂੰ ਇਲਾਕਾਈ ਪਾਰਟੀ ਕਮੇਟੀ ਦੇ ਦਫ਼ਤਰ ਬੁਲਾਇਆ ਗਿਆ ਤੇ ਕਿਹਾ ਗਿਆ, ਅਸੀਂ ਚਾਹੁੰਦੇ ਹਾਂ ਰਸੂਲ, ਤੂੰ ਚਾਰਗਾਹਾਂ ਵੱਲ ਜਾ, ਭੇਡਾਂ ਨੂੰ ਬਚਾਇਆ ਜਾਣਾ ਚਾਹੀਦਾ। ਪਰ ਮੈਂ ਕੀ ਮਦਦ ਕਰ ਸਕਦਾ ਹਾਂ? ਉੱਥੇ ਜਾ ਕੇ ਤੈਨੂੰ ਦੇਖਣਾ ਪਵੇਗਾ। ਉਹਨਾਂ ਨੂੰ ਬਚਾਉਣ ਲਈ ਕੋਈ ਰਾਹ ਲੱਭਣਾ ਚਾਹੀਦਾ ਹੈ। ਮੈਨੂੰ ਚੰਗੇ ਭਲੇ ਮੌਸਮ ਵਿੱਚ ਵੀ ਰਸਤੇ ਦਾ ਕੋਈ ਬਹੁਤਾ ਚੰਗੀ ਤਰ੍ਹਾਂ ਪਤਾ ਨਹੀਂ ਸੀ ਹੁੰਦਾ, ਇਸ ਲਈ ਬਰਫ਼ ਦੇ ਤੂਫਾਨ ਵਿੱਚ ਜ਼ਿਆਦਾ ਕੀ ਆਸ ਰੱਖੀ ਜਾ ਸਕਦੀ ਸੀ। ਪਰ ਪਾਰਟੀ ਡਿਸਿਪਲਨ ਹੀ ਹੈ। ਮੈਂ ਬਰਫ਼ ਤੇ ਹਵਾ ਵਿੱਚੋਂ ਦੀ ਰਸਤਾ ਟੋਂਦਾ ਹੋਇਆ ਤੁਰੀ ਗਿਆ, ਜਦੋਂ ਤੱਕ ਕਿ ਆਖਰ ਮੈਂ ਇੱਕ ਇੱਜੜ ਦੇ ਨਾਲ ਜਾ ਰਲਿਆ ਤੇ ਉੱਥੇ ਗਡਰੀਆਂ ਦੇ ਉਦਾਸ ਚਿਹਰੇ ਮੇਰੇ ਨਜ਼ਰੀਂ ਪਏ। ਉਹਨਾਂ ਦੀਆਂ ਗੱਲਾਂ ਤੇ ਮੁੱਛਾਂ ਉੱਪਰਲੇ ਅੱਥਰੂ ਜੰਮੇ ਹੋਏ ਸਨ। ਭੇਡਾਂ ਦੇ ਮੂੰਹ ਜੰਮੀ ਬਰਫ਼ ਦੇ ਵਿੱਚੋਂ ਦੀ ਹੇਠਾਂ ਪਏ ਹਰੇ ਘਾਹ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਲਹੂ ਲਹਾਨ ਹੋਏ ਹੋਏ ਸਨ। ਉਹ ਬਰਫ਼ ਦੀ ਚਾਦਰ ਨਾ ਤੋੜ ਸਕੀਆਂ ਤੇ ਦਮ ਤੋੜ ਗਈਆਂ। ਕੁੱਤੇ ਹਵਾਵਾਂ ਤੋਂ ਬਚਣ ਲਈ ਸ਼ਰਨ ਵਾਸਤੇ ਨੱਠ ਗਏ ਤੇ ਚੋਰਾਂ ਤੇ ਭੇੜੀਆਂ ਬਾਰੇ ਫਿਕਰ ਕਰਨਾ ਭੁੱਲ ਗਏ। ਇਹ ਬਿਪਤਾ ਤੇ ਬੇਬਸੀ ਦਾ ਦ੍ਰਿਸ਼ ਸੀ। ਗਡਰੀਆਂ ਨੇ ਜਦੋਂ ਮੈਨੂੰ ਦੇਖਿਆ ਤਾਂ ਉਹ ਕੌੜਾ ਹਾਸਾ ਹੱਸਣ ਲੱਗੇ। ਇੱਥੇ ਸਿਰਫ ਤੇਰੀਆਂ ਕਵਿਤਾਵਾਂ ਤੇ ਗੀਤਾਂ ਦੀ ਹੀ ਥੁੜ ਹੈ। ਸੋ ਤਸਾਦਾ ਦੇ ਹਮਜ਼ਾਦ ਦੇ ਬੇਟੇ, ਹੁਣ ਤੂੰ ਆ ਗਿਆ ਏ ਤਾਂ ਸੁਣਾ ਸਾਨੂੰ ਆਪਣੀਆਂ ਕਵਿਤਾਵਾਂ ਜਾਂ ਗਾ ਕੋਈ ਆਪਣਾ ਗੀਤ। ਚੰਗਾ ਹੋਵੇ ਜੇ ਤੂੰ ਕੋਈ ਮਰਸੀਆ ਗਾਏ ਤੇ ਅਸੀਂ ਨਾਲ ਵੈਣ ਪਾਵਾਂਗੇ। ਮੈਂ 3 ਦਿਨ ਗਡਰੀਆਂ ਦੇ ਤੰਬੂ ਵਿੱਚ ਕੱਟੇ ਤੇ ਫਿਰ ਜਦੋਂ ਇਹ ਯਕੀਨ ਹੋ ਗਿਆ ਕਿ ਮੈਂ ਕਿਸੇ ਕੰਮ ਨਹੀਂ ਆ ਸਕਿਆ ਤੇ ਨਾ ਹੀ ਮੈਂ ਆ ਸਕਦਾ ਹਾਂ, ਤਾਂ ਮੈਂ ਉਹਨਾਂ ਤੋਂ ਮੂੰਹ ਮੋੜ ਲਿਆ ਤੇ ਵਾਪਸ ਮਖਾਜ ਕਲਾਂ ਨੂੰ ਤੁਰ ਪਿਆ। ਕੀ ਤੂੰ ਭੇਡਾਂ ਬਚਾ ਸਕਿਆ ਹੈ? ਮੈਨੂੰ ਇਲਾਕਾਈ ਪਾਰਟੀ ਦਫ਼ਤਰ ਵਿੱਚ ਪੁੱਛਿਆ ਗਿਆ। ਸਿਰਫ 3 ਲੇਲੇ। ਕਿਸ ਤਰ੍ਹਾਂ, ਦੱਸ ਜਰਾ। ਬੜੀ ਸੌਖੀ ਗੱਲ ਸੀ। ਗਡਰੀਆਂ ਨੇ 3 ਲੇਲੇ ਝਟਕਾ ਲਏ ਤੇ ਅਸੀਂ ਖਾ ਲਏ। ਮੈਂ ਸਮਝਦਾ ਹਾਂ ਅਸੀਂ ਉਹ ਬਚਾ ਲਏ ਨੇ। ਠੀਕ ਹੈ, ਇਲਾਕਾ ਕਮੇਟੀ ਵਾਲੇ ਗੁੱਸੇ ਹੋ ਕੇ ਬੋਲੇ, ਤਾਂ ਫਿਰ ਜਾ ਤੂੰ ਆਪਣੀ ਕਵਿਤਾ ਕੋਲ, ਜਦ ਕਿ ਅਸੀਂ ਭੇਡਾਂ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਬਿਨਾਂ ਤੇਰੀ ਮਦਦ ਦੇ। ਸ਼ਾਇਦ ਤੇਰੇ ਲਿਖਣ ਵਿੱਚ ਤੇਜ਼ੀ ਆਏਗੀ ਜੇ ਅਸੀਂ ਤੇਰਾ ਨਾਂ ਸਖਤ ਆਲੋਚਨਾ ਲਈ ਦੇ ਦਈਏ। ਕੀ ਮੇਰੀ ਕਿਤਾਬ ਨਾਲ ਵੀ ਇਹੀ ਵਾਪਰੇਗਾ? ਕੀ ਮੈਂ ਭੇਡਾਂ ਦਾ ਇੱਜੜ ਬਚਾਉਣ ਲਈ ਨਹੀਂ ਸਾਂ ਤੁਰ ਪਿਆ? ਕੀ ਮੈਂ ਕੀ ਲੈ ਕੇ ਮੁੜਿਆ ਹਾਂ? ਜਿਹੜਾ ਦਿਨ ਚੜ੍ਹਦਾ ਹੈ ਜ਼ਰੂਰੀ ਨਹੀਂ ਉਸੇ ਤਰ੍ਹਾਂ ਮੁੱਕੇ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ। ਇੱਕ ਯਾਦ। ਮੈਨੂੰ ਸਾਹਿਤਕ ਇੰਸਟੀਚਿਊਟ ਵਿੱਚ ਆਪਣਾ ਪਹਿਲਾ ਦਿਨ ਯਾਦ ਸੀ। ਸਾਡੀ ਪੜ੍ਹਾਈ ਅਜੇ ਸ਼ੁਰੂ ਹੀ ਹੋਈ ਸੀ ਤੇ ਉਹ ਵੀ ਮੇਰੇ ਜਨਮ ਦਿਨ ਉੱਤੇ। ਕਿਸੇ ਨੇ ਵੀ ਮੈਨੂੰ ਵਧਾਈ ਨਾ ਦਿੱਤੀ, ਕਿਉਂਕਿ ਕੁਦਰਤੀ ਤੌਰ ਉੱਤੇ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਇਹ ਮੇਰਾ ਜਨਮ ਦਿਨ ਹੈ। ਮੇਰੇ ਕੋਲ ਕੋਟ ਲਈ ਕੁਝ ਪੈਸੇ ਪਏ ਹੋਏ ਸਨ ਜੋ ਪਿਤਾ ਜੀ ਵੱਲੋਂ ਮੇਰੇ ਲਈ ਸੁਗਾਤ ਸੀ। ਚੱਲ ਵਿਚਾਰੇ ਰਸੂਲ, ਆਪਣੇ ਜਨਮ ਦਿਨ ਉੱਤੇ ਆਪ ਹੀ ਆਪਣੇ ਆਪ ਨੂੰ ਸੁਗਾਤ ਦੇ, ਇਹ ਕੋਟ ਹੀ ਖਰੀਦ ਲੈ, ਮੈਂ ਆਪਣੇ ਆਪ ਨੂੰ ਕਿਹਾ। ਆਪਣੀ ਜੇਬ ਵਿੱਚ ਪੈਸੇ ਪਾਈ ਮੈਂ ਤਿਸ਼ਨਸ਼ਕੀ ਮਾਰਕੀਟ ਵੱਲ ਚਲਾ ਗਿਆ। ਜੰਗ ਮਗਰਲੇ ਉਹਨਾਂ ਪਹਿਲੇ ਸਾਲਾਂ ਵਿੱਚ ਕਿਆ ਮਾਰਕੀਟਾਂ ਹੁੰਦੀਆਂ ਸਨ। ਉਹਨਾਂ ਦੇ ਆਪਣੇ ਕਾਨੂੰਨ ਸਨ, ਆਪਣੇ ਸੱਟੇਬਾਜ਼ ਤੇ ਆਪਣੀ ਹੀ ਮਿਲਸ਼ੀਆ ਹੁੰਦੀ ਸੀ। ਉੱਥੇ ਤੁਸੀਂ ਕੁਝ ਵੀ ਖਰੀਦ ਸਕਦੇ ਸੋ ਸਿਵਾਏ ਗਧੇ ਜਾਂ ਗਧੀ ਦੇ। ਸਭ ਤੋਂ ਵੱਧ ਤਿਸ਼ਨਸ਼ਕੀ ਮਾਰਕੀਟ ਖਿਦਲਰੀ ਵਰਮੀ ਵਰਗੀ ਲੱਗਦੀ ਸੀ। ਇੱਕ ਪੂਰਾ ਘੰਟਾ ਮੈਂ ਲੋਕਾਂ ਵਿੱਚੋਂ ਮੋਢੇ ਮਾਰ-ਮਾਰ ਲੰਘਦਾ ਰਿਹਾ, ਜਿਹੜੇ ਹਰ ਤਰ੍ਹਾਂ ਦਾ ਮਾਲ ਜਿਸ ਦੀ ਵੀ ਕਲਪਨਾ ਕੀਤੀ ਜਾ ਸਕਦੀ ਹੋਵੇ ਮੇਰੇ ਨੱਕ ਹੇਠ ਲਿਆ ਕੇ ਹਿਲਾਉਂਦੇ ਸਨ। ਆਦਮੀਆਂ ਦੇ ਸੂਟ, ਬੂਟ, ਜਾਕਟਾਂ, ਓਵਰਕੋਟ, ਟੋਪੀਆਂ, ਔਰਤਾਂ ਦੇ ਭੂਸ਼ਣ, ਬਲਾਊਜ਼, ਸਵੈਟਰ, ਸਲੀਪਰ ਵਗੈਰਾ ਵਗੈਰਾ।
ਉਹਨਾਂ ਦਿਨਾਂ ਵਿੱਚ ਮੇਰੀ ਇੱਛਾ ਹੁੰਦੀ ਸੀ ਮੈਂ ਮੰਤਰੀ ਮੰਡਲ ਦਾ ਮੈਂਬਰ ਲੱਗਾ। ਇਸ ਲਈ ਮੈਂ ਐਸਾ ਕੋਟ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸਾਂ ਜਿਹੜਾ ਮੈਨੂੰ ਦੇਖਣ ਵਿੱਚ ਮੰਤਰੀ ਬਣਾ ਦੇਵੇਗਾ। ਜਿਉਂ ਹੀ ਮੈਂ ਇਸ ਨੂੰ ਪਾ ਲਿਆ, ਜਲਦੀ ਹੀ ਮੇਰੀ ਨਜ਼ਰ ਬਿਲਕੁਲ ਉਹੋ ਜਿਹਾ ਸੋਹਣਾ ਕੋਟ ਪਿਆ ਜਿਹੋ ਜਿਹਾ ਮੈਂ ਚਾਹੁੰਦਾ ਸਾਂ, ਜਿਹੜਾ ਇੱਕ ਸੱਟੇਬਾਜ਼ ਦੇ ਮੋਢਿਆਂ ਉੱਤੇ ਟਿਕਿਆ ਹੋਇਆ ਸੀ। ਇਸ ਦੀ ਖਿੱਚ ਇਸ ਲਈ ਵੀ ਵੱਧ ਸੀ ਕਿ ਇਸ ਦੇ ਨਾਲ ਉਸੇ ਰੰਗ ਦੇ ਕੱਪੜੇ ਦੀ ਟੋਪੀ ਵੀ ਸੀ। ਮੈਂ ਟੋਪੀ ਤੋਂ ਸ਼ੁਰੂ ਕੀਤਾ। ਮੈਂ ਇਹ ਪਾ ਕੇ ਦੇਖੀ ਤੇ ਸ਼ੀਸ਼ੇ ਵਿੱਚ ਆਪਣੇ ਉੱਤੇ ਨਜ਼ਰ ਮਾਰੀ। ਸੱਚਮੁੱਚ ਦਾ ਮੰਤਰੀ। ਮੈਂ ਸੌਦਾ ਕਰਨ ਲੱਗਾ। ਜਦੋਂ ਤੱਕ ਤਾਂ ਮੈਂ ਥੋੜ੍ਹੀ ਕੀਮਤ ਉੱਚੀ ਤੇ ਸਾਫ਼ ਆਵਾਜ਼ ਵਿੱਚ ਕਹਿੰਦਾ ਰਿਹਾ, ਵੇਚਣ ਵਾਲਾ ਅਣਸੁਣੀ ਕਰਦਾ ਰਿਹਾ। ਜਦੋਂ ਮੈਂ ਬਿਲਕੁਲ ਹੌਲੀ ਜਿਹੀ ਅਸਲੀ ਕੀਮਤ ਦੇ ਨੇੜੇ ਤੇੜੇ ਦੀ ਕੀਮਤ ਦੱਸੀ ਤਾਂ ਉਸਨੇ ਮੇਰੀ ਗੱਲ ਝੱਟ ਸੁਣ ਲਈ। ਅਸੀਂ ਸੌਦਾ ਤੈਅ ਕਰਨ ਲਈ ਹੱਥ ਮਿਲਾਏ। ਆਪਣੇ 3-3 ਰੂਬਲ ਤੇ 5-5 ਰੂਬਲ ਦੇ ਨੋਟ ਵਧੇਰੇ ਸੌਖੀ ਤਰ੍ਹਾਂ ਗਿਣਨ ਲਈ ਮੈਂ ਕੋਟ ਉਸ ਨੂੰ ਫੜਾ ਦਿੱਤਾ। ਮੈਂ 2250 ਰੂਬਲ ਗਿਣੇ ਤੇ ਉਸ ਨੂੰ ਦੇ ਦਿੱਤੇ ਤੇ ਹੋਸਟਲ ਨੂੰ ਤੁਰ ਪਿਆ, ਆਪਣੇ ਆਪ ਨੂੰ ਮਹੱਤਵਪੂਰਨ ਵਿਅਕਤੀ ਸਮਝਦਾ ਤੇ ਮੰਤਰੀ ਲੱਗਣ ਦੀ ਕੋਸ਼ਿਸ਼ ਕਰਦਾ ਹੋਇਆ। ਸਿਰਫ ਉੱਥੇ ਜਾ ਕੇ ਮੈਂ ਦੇਖਿਆ ਕਿ ਮੈਂ ਉਸ ਚੋਰ ਬਜ਼ਾਰੀਏ ਤੋਂ ਕੋਟ ਵਾਪਸ ਲੈਣਾ ਤਾਂ ਭੁੱਲ ਹੀ ਗਿਆ ਸਾਂ। 2250 ਰੂਬਲ ਵਿੱਚ ਮੈਂ ਇੱਕ ਟੋਪੀ ਖਰੀਦੀ ਸੀ। ਮੰਤਰੀ ਲੱਗਣ ਦੀ ਲਾਲਸਾ ਵਿੱਚ ਮੈਂ ਕੋਟ ਦੇ ਸਾਰੇ ਪੈਸੇ ਗੁਆ ਬੈਠਾ ਸਾਂ। ਕਿਤੇ ਮੇਰੀ ਕਿਤਾਬ ਨਾਲ ਵੀ ਉਹੀ ਨਾ ਹੋਵੇ। ਸਾਰੇ ਜਾਣਦੇ ਨੇ ਕਿ ਕੀ ਕੀਤਾ ਜਾਣਾ ਚਾਹੀਦਾ ਹੈ, ਪਰ ਹਰ ਕੋਈ ਕਰ ਨਹੀਂ ਸਕਦਾ। ਹਰ ਇੱਕ ਨੂੰ ਨਿਸ਼ਾਨਾ ਨਜ਼ਰ ਆਉਂਦਾ ਹੈ, ਪਰ ਹਰ ਕੋਈ ਉਸ ਤੱਕ ਪਹੁੰਚ ਨਹੀਂ ਸਕਦਾ। ਕੁਝ ਲੋਕ ਹਨ ਜਿਹੜੇ ਸੋਚਦੇ ਹਨ ਕਿ ਕਿਤਾਬ ਕਿਵੇਂ ਲਿਖੀ ਜਾਣੀ ਚਾਹੀਦੀ ਹੈ, ਪਰ ਉਹ ਨਹੀਂ ਜਾਣਦੇ ਕਿ ਕਿਵੇਂ ਲਿਖਣੀ ਹੈ। ਕਹਿੰਦੇ ਨੇ ਇੱਕੋ ਸੂਈ ਨਾਲ ਵਿਆਹ ਦਾ ਸੂਟ ਵੀ ਸੀਤਾ ਜਾਂਦਾ ਹੈ ਤੇ ਕਫਨ ਵੀ। ਕਹਾਵਤ ਹੈ, ਉਹ ਦਰਵਾਜ਼ਾ ਨਾ ਖੋਲ੍ਹੋ ਜਿਹੜਾ ਤੁਸੀਂ ਮੁੜ ਕੇ ਬੰਦ ਨਹੀਂ ਕਰ ਸਕੋਗੇ। ਸ਼ੁਕਰੀਆ ਦੋਸਤੋ।